Good morning, students. Today we discuss about nature or characteristics of business environment. First, है an aggregate of external factors and forces. Business environment is the sum total of all the external factors and forces that are behind the control of business enterprise. ने बिजनेस इन्वायरमेंट किया सारे एक्सटर्नल फैक्टर्स एंड फोर्सिस का किया टोटल आ सम आ ਜਿਹਨੂੰ ਬਿਜ਼ਨਸ ਐਂਟਰਪ੍ਰਾਈਜ਼ ਕੀ ਕਰਦਾ ਹੈ ਬਿਜ਼ਨਸ ਐਂਟਰਪ੍ਰਾਈਜ਼ ਦੇ ਦੁਆਰਾ ਉਹਨੂੰ ਕੰਟਰੋਲ ਕੀਤਾ ਜਾਂਦਾ ਹੈ ਬਟ ਡਾਇਰੈਕਟਲੀ ਔਰ ਇਨਡਾਇਰੈਕਟਲੀ ਚਾਹੇ ਉਹ ਡਾਇਰੈਕਟਲੀ ਉਹਨੂੰ ਕੰਟਰੋਲ ਕਰਦਾ ਹੈ ਚਾਹੇ ਉਹਨੂੰ ਇਨਡਾਇਰੈਕਟਲੀ ਕੰਟਰੋਲ ਕਰਦਾ ਹੈ ਇਨਫਲੂਐਂਸ ਦਾ ਵਰਕਿੰਗ ਆਫ ਅ ਬਿਜ਼ਨਸ ਐਂਟਰਪ੍ਰਾਈਜ਼ ਬਟ ਜਿਹੜਾ ਉਹਦੇ ਵਿੱਚ ਵਰਕ ਕੌਣ ਕਰਦਾ ਹੈ ਬਿਜ਼ਨਸ ਐਂਟਰਪ੍ਰਾਈਜ਼ ਕਰਦਾ it is the sum of economical, social, political, legal, national and international factors and forces. ਇਹ ਕਿਹੜੇ ਇਹਦੇ ਵਿੱਚ ਫੈਕਟਰ ਐਂਡ ਫੋਰਸਿਸ ਲਏ ਜਾਂਦੇ ਆ ਇੰਟਰਨੈਸ਼ਨਲ ਅੰਤਰਰਾਸ਼ਟਰੀ ਰਾਸ਼ਟਰੀ ਕਾਨੂੰਨੀ ਤੌਰ 'ਤੇ ਰਾਜਨੀਤਿਕ ਤੌਰ 'ਤੇ ਸਮਾਜਿਕ ਤੌਰ 'ਤੇ ਅਤੇ ਆਰਥਿਕ ਤੌਰ 'ਤੇ ਜਿਹੜੇ ਇਹਦੇ ਵਿੱਚ ਸਾਰੇ ਫੈਕਟਰਸ ਲਏ ਜਾਂਦੇ ਆ ਉਹ ਸਾਰੇ ਫੈਕਟਰਸ ਨੂੰ ਆਪਾਂ ਕੀ ਕਰਦੇ ਹਾਂ ਫੈਕਟਰ ਐਂਡ ਫੋਰਸਿਸ ਨੂੰ ਟੋਟਲ ਕਰ ਦਿੰਦੇ ਆ ਉਹ ਇਨਕਲੂਡ ਕੀਤਾ ਜਾਂਦਾ ਹੈ ਇਹਦੇ ਵਿੱਚ ਸੈਕਿੰਡ ਵਨ ਆ ਬਲੈਂਡ ਆਫ ਸਪੈਸਿਫਿਕ ਐਂਡ ਜਨਰਲ ਫੈਕਟਰ ਐਂਡ ਫੋਰਸਿਸ business environment is blend of both specific and general factors and forces ਇਹਦੇ ਵਿੱਚ ਆਪਾਂ ਦੋਨੇ specific and general factors ਲੈਂਦੇ ਆ ਦੋਨਾਂ ਨੂੰ ਲਿਆ ਜਾਂਦਾ ਹੈ ਇਟ ਇਨਕਲੂਡ ਸੈਵਰਲ ਸੱਚ specific factors and forces which influence only one organization directly such as investor, customer, supplier, competitor, etc. ਇਹਦੇ ਵਿੱਚ ਕਹਿੰਦੇ ਇੱਕ ਹੀ ਆਰਗੇਨਾਈਜੇਸ਼ਨ ਲਿਆ ਜਾਂਦਾ ਜਿਹੜਾ ਡਾਇਰੈਕਟ ਵੇ 'ਤੇ ਕੰਮ ਕਰਦਾ ਹੈ ਜਿਹਦੇ ਵਿੱਚ ਆਪਾਂ ਇਨਵੈਸਟਰਸ ਲੈਂਦੇ ਹਾਂ ਨਿਵੇਸ਼ਕਰਤਾ ਲੈਂਦੇ ਹਾਂ ਕਸਟਮਰ ਗ੍ਰਾਹਕ ਲੈਂਦੇ ਹਾਂ ਸਪਲਾਇਰ ਜਿਹੜੇ ਆ ਵੇਚਣ ਵਾਲੇ ਹੁੰਦੇ ਕੰਪੀਟੀਟਰ ਮੁਕਾਬਲੇ ਵਾਲੇ On the other side, it includes several such general factors and forces which influence all the organization simultaneously, such as social, political, economic, legal, international, and national factor and forces. Specific factor ਦੇ ਵਿੱਚ ਆਪਾਂ only ਇੱਕ organization ਨੂੰ ਲੈਂਦੇ ਆ ਐਂਡ ਸੈਵਰਲ ਜਨਰਲ ਫੈਕਟਰਸ ਦੇ ਵਿੱਚ ਆਪਾਂ ਕੀ ਲੈਂਦੇ ਆ ਉਹਦੇ ਵਿੱਚ ਦੂਸਰੀ ਸਾਈਡ 'ਤੇ ਜਨਰਲ ਫੈਕਟਰਸ ਦੇ ਵਿੱਚ ਆਪਾਂ ਕੀ ਲੈਂਦੇ ਆ ਸਾਰੀਆਂ ਟਰਮਸ ਦਾ ਟੋਟਲ ਜਿਹਦੇ ਵਿੱਚ ਆਪਣੇ ਕੋਲ ਕੀ ਟਰਮਸ ਇਨਕਲੂਡ ਹੁੰਦੀਆਂ ਆ ਸੋਸ਼ਲ ਪੋਲੀਟੀਕਲ ਇਕਨੋਮਿਕ ਲੀਗਲ ਇੰਟਰਨੈਸ਼ਨਲ ਐਂਡ ਨੈਸ਼ਨਲ ਫੈਕਟਰ ਫੋਰਸਿਸ ਥਰਡ ਵਨ ਆ ਇੰਟਰਡਿਪੈਂਡੈਂਸ there is close relationship between various factors and forces of a business environment ਦੇ ਵਿੱਚ ਕਹਿੰਦੇ ਫੈਕਟਰ ਐਂਡ ਫੋਰਸਿਸ ਦਾ ਆਪਸ ਵਿੱਚ ਬਹੁਤ ਹੀ ਗੂੜਾ ਰਿਲੇਸ਼ਨਸ਼ਿਪ ਹੁੰਦਾ ਆ ਡੂੰਘਾ ਰਿਲੇਸ਼ਨਸ਼ਿਪ ਹੁੰਦਾ ਆ that is why these have close independent as well as ਇਹ ਦੋਨੋਂ ਜਿਹੜੇ ਇੱਕ ਦੂਜੇ 'ਤੇ ਕੀ ਹੁੰਦੇ ਆ ਡਿਪੈਂਡੈਂਟ ਹੁੰਦੇ ਆ For example, many changes take place in economic policy when the government of particular political party having a specific ideology come to power. ਕਹਿੰਦੇ ਕਿ ਜਿਹੜੀਆਂ ਇਕਨੋਮਿਕ ਪੋਲਿਸੀਜ਼ ਦੇ ਵਿੱਚ ਜਿਹੜੀਆਂ ਚੇਂਜਸ ਕੀਤੀਆਂ ਜਾਂਦੀਆਂ ਆ ਉਹ ਕਿਹਦੇ ਬਿਹਾਫ 'ਤੇ ਕੀਤੀਆਂ ਜਾਂਦੀਆਂ ਗਵਰਨਮੈਂਟ ਦੇ ਬਿਹਾਫ 'ਤੇ ਕੀਤੀਆਂ ਜਾਂਦੀਆਂ ਜਿਹਦੇ ਵਿੱਚ ਆਪਾਂ ਪੋਲੀਟੀਕਲ ਪਾਰਟੀਜ਼ ਨੂੰ ਲੈਂਦੇ ਹਾਂ ਅਤੇ ਉਹ ਆਪਣੀ ਪਾਵਰ ਦੇ ਨਾਲ ਉਹਦੇ ਵਿੱਚ ਚੇਂਜਸ ਲਿਆ ਸਕਦੀਆਂ ਇਟ ਮੀਨਸ ਦੈਟ देयर इज़ इंटरडिपेंडेंस बिटवीन पोलीटिकल एंड इकनॉमिक चेंजिस इस करके आप कह सकते हैं कहते इन्हों के आपस में की होता है रिलेशन होंगे इंटरडिपेंडेंस होंदियां आ पोलीटिकल तौर पर तो इकनॉमिक चेंजिस से फोर्थ वन डायनामिक बाय नेचर बिजनेस इन्वायरमेंट इज़ डायनामिक बाय नेचर डायनामिक होंदा है नेचर दे विच इट कीप्स ऑन चेंजिस रेगुलरली ਇਹਦੇ ਵਿੱਚ ਜਿਹੜੀਆਂ ਵੀ ਆਪਾਂ ਚੇਂਜਸ ਕਰਨੀਆਂ ਆ ਉਹ ਰੈਗੂਲਰਲੀ ਕਰਨੀਆਂ ਮੀਨਸ ਡੇਲੀ ਬੇਸਿਸ 'ਤੇ ਕਰ ਸਕਦੇ ਹਾਂ ਫॉर एग्जांपल ਟੈਕਨੀਕ ਆਫ ਪ੍ਰੋਡਕਸ਼ਨ ਜੇ ਆਪਾਂ ਟੈਕਨੀਕ ਕਰਨੀਆਂ ਚਾਹੁੰਦੇ ਹਾਂ ਚੇਂਜ ਕਰਨੀ ਚਾਹੁੰਦੇ ਹਾਂ ਪ੍ਰੋਡਕਸ਼ਨ ਦੀ ਉਹਨੂੰ ਚੇਂਜ ਕਰ ਸਕਦੇ ਹਾਂ ਟੈਕਸ ਪੋਲਿਸੀ ਆਫ ਦ ਗਵਰਨਮੈਂਟ ਆਪਣੀਆਂ ਜਿਹੜੀਆਂ ਟੈਕਸ ਪੋਲਿਸੀਜ਼ ਨੂੰ ਚੇਂਜ ਕਰ ਸਕਦੇ ਆ ਇਕਨੋਮਿਕ ਪੋਲਿਸੀ ਆਪਣੀਆਂ ਇਕਨੋਮਿਕ ਪੋਲਿਸੀਜ਼ ਹੁੰਦੀਆਂ ਜਿਹੜੀਆਂ ਦੋ ਕੱਲ੍ਹ ਦੱਸੀਆਂ ਸੀ ਮੈਂ ਤੁਹਾਨੂੰ ਫਿਜ਼ੀਕਲ ਪੋਲਿਸੀ ਐਂਡ ਮੋਨੈਟਰੀ ਪੋਲਿਸੀ ਉਹਨਾਂ ਦੇ ਵਿੱਚ ਵੀ ਚੇਂਜਸ ਕਰ ਸਕਦੇ ਹਾਂ ਵਿਚ ਆਰ ਇੰਪੋਰਟੈਂਟ ਪਾਰਟ ਆਫ ਬਿਜ਼ਨਸ ਇਨਵਾਇਰਮੈਂਟ ਕੀਪ ਔਨ ਚੇਂਜਿੰਗ ਅਗਰ ਬਿਜ਼ਨਸ ਇਨਵਾਇਰਮੈਂਟ ਦੇ ਵਿੱਚ ਲੋੜ ਪੈਂਦੀ ਆ ਉਹਨਾਂ ਨੂੰ ਚੇਂਜ ਕਰਨ ਦੀ ਤਾਂ ਉਹਨੂੰ ਚੇਂਜ ਕਰ ਸਕਦੇ ਆ ਫਿਫਥ ਵਨ ਅਨਸਰਟੇਨਿਟੀ ਅਨਿਸ਼ਚਿਤਤਾ another feature of business environment is there is an uncertainty in it next ਕਹਿੰਦੇ feature ਕੀ ਆ business environment ਦਾ uncertainty it is very difficult to predict the future event related to it
ਕਹਿੰਦੇ ਆਪਾਂ ਕੀ ਆ ਫਿਊਚਰ ਇਵੈਂਟਸ ਨੂੰ ਕਹਿੰਦੇ ਜਦੋਂ ਉਹਦੀ ਭਵਿੱਖਬਾਣੀ ਕਰਨੀ ਆ ਫਿਊਚਰ ਦੇ ਲਈ ਉਹ ਬਹੁਤ ਹੀ ਔਖੀ ਆ। ਇਸ ਕਰਕੇ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਆ, ਇਟ ਇਜ਼ ਨਾਟ ਪੋਸੀਬਲ ਟੂ ਪ੍ਰੋਡਿਕਟ ਵਿਦ ਸਰਟੇਨਿਟੀ ਵਟ ਦਾ ਕੰਜ਼ਿਊਮਰ ਪ੍ਰੈਫਰੈਂਸ ਇਨ ਫਿਊਚਰ ਵਿਲ ਬੀ। ਕਹਿੰਦੇ ਇਹਦੇ ਵਿੱਚ ਇਹ ਨਹੀਂ ਦੱਸਿਆ ਜਾਂਦਾ ਵੀ ਕੰਜ਼ਿਊਮਰ ਕੀ ਚਾਹੁੰਦਾ ਆ, ਕੰਜ਼ਿਊਮਰ ਦੀ ਪ੍ਰੈਫਰੈਂਸ ਆ ਫਿਊਚਰ ਦੇ ਲਈ ਉਹ ਆਪਣੀ ਸੇਮ ਰਹੇਗੀ, ਸਰਟੇਨਿਟੀ ਮੀਨਸ ਸਥਿਰ ਰਹੇਗੀ ਕਿ ਅਸਥਿਰ ਰਹੇਗੀ। ਹਰ ਇੱਕ ਪਰਸਨ ਦੀ ਜਿਹੜੀ ਉਹਦੀ ਪ੍ਰੈਫਰੈਂਸ ਆ ਉਹ ਅਕੋਰਡਿੰਗ ਟੂ ਟਾਈਮ ਐਂਡ ਪਲੇਸ ਚੇਂਜ ਹੁੰਦੀ ਰਹਿੰਦੀ ਆ, ਟੇਸਟ ਦੇ ਅਕੋਰਡਿੰਗ ਵੀ ਉਹਨਾਂ ਦੀ ਚੇਂਜ ਹੁੰਦੀ ਰਹਿੰਦੀ ਆ। 6th one ਆ ਕੰਪਲੀਕੇਟਡ ਗੁੰਝਲਦਾਰ। ਬਿਜ਼ਨਸ ਇਨਵਾਇਰਮੈਂਟ ਇਜ਼ ਬਲੈਂਡ ਆਫ ਸੈਵਰਲ ਡਿਸਟਿੰਕਟ ਫੈਕਟਰਸ ਐਂਡ ਫੋਰਸਿਸ। ਕਹਿੰਦੇ ਜਿਹੜੀਆਂ ਬਲੈਂਡ ਮੀਨਸ ਚੇਂਜਿਸ ਆਈਆਂ ਉਹ ਅਲੱਗ-ਅਲੱਗ ਫੈਕਟਰਸ ਐਂਡ ਫੋਰਸਿਸ ਕਰਕੇ ਜਿਹੜੀ ਆਪਣਾ ਬਿਜ਼ਨਸ ਇਨਵਾਇਰਮੈਂਟ ਚੇਂਜ ਹੁੰਦਾ ਰਹਿੰਦਾ। ਆਲ ਥੀਸ ਫੈਕਟਰਸ ਐਂਡ ਫੋਰਸਿਸ ਆਰ ਇੰਡੀਪੈਂਡੈਂਟ, ਡਾਇਨਾਮਿਕ ਐਂਡ ਅਨਸਰਟਨ। ਸਾਰੇ ਜਿਹੜੇ ਫੈਕਟਰਸ ਐਂਡ ਫੋਰਸਿਸ ਆ ਇਹ ਕਈ ਕਹਿੰਦੇ ਆ ਇੰਟਰਡਿਪੈਂਡੈਂਟ ਹੁੰਦੇ ਆ, ਇੱਕ ਦੂਜੇ 'ਤੇ ਡਿਪੈਂਡੈਂਟ ਹੁੰਦੇ ਆ। ਡਾਇਨਾਮਿਕ ਕੀ ਆ, ਉਹਨਾਂ ਦੇ ਵਿੱਚ ਰੈਗੂਲਰ ਚੇਂਜ ਆਉਂਦਾ ਰਹਿੰਦਾ ਆ ਅਤੇ ਅਸਥਿਰਤਾ ਹੁੰਦੀ ਆ। ਇਸ ਕਰਕੇ ਜਿਹੜਾ ਆਪਣਾ ਇਨਵਾਇਰਮੈਂਟ ਆ, ਬਿਜ਼ਨਸ ਇਨਵਾਇਰਮੈਂਟ ਆ, ਇਹ ਕੰਪਲੀਕੇਟਡ ਆ ਕੰਸੈਪਟ ਆ। 7th one ਆ ਰਿਲੇਟਿਵਲੀ। ਬਿਜ਼ਨਸ ਇਨਵਾਇਰਮੈਂਟ ਹੈਜ਼ ਦਾ ਕੁਆਲਿਟੀ ਆਫ ਰਿਲੇਟਿਵਲੀ। ਇਹਦੇ ਵਿੱਚ ਇੱਕ ਇਹ ਕੁਆਲਿਟੀ ਆ ਵੀ ਇਹ ਰਿਲੇਟਿਵਲੀ ਆ। ਇਟ ਡਿਫਰਸ ਫਰੋਮ ਟਾਈਮ ਟੂ ਟਾਈਮ, ਫਰੋਮ ਕੰਟਰੀ ਟੂ ਕੰਟਰੀ ਐਂਡ ਈਵਨ ਫਰੋਮ ਰੀਜਨ ਟੂ ਰੀਜਨ ਇਨ ਅ ਕੰਟਰੀ। ਕਹਿੰਦੇ ਬਿਜ਼ਨਸ ਇਨਵਾਇਰਮੈਂਟ ਕੀ ਆ, ਇਹਦੇ ਵਿੱਚ ਚੇਂਜਿਸ ਆਉਂਦੀਆਂ ਰਹਿੰਦੀਆਂ ਆ। ਇਹ ਟਾਈਮ ਟੂ ਟਾਈਮ ਚੇਂਜ ਹੁੰਦਾ ਰਹਿੰਦਾ ਹੈ, ਕੰਟਰੀ ਟੂ ਕੰਟਰੀ ਚੇਂਜ ਹੋ ਸਕਦਾ ਹੈ ਐਂਡ ਰੀਜਨ ਟੂ ਰੀਜਨ, ਖੇਤਰ ਤੋਂ ਖੇਤਰ ਵੀ ਇਹ ਇੱਕ ਕੰਟਰੀ ਦੇ ਵਿੱਚ ਚੇਂਜਿਸ ਆ ਸਕਦੀਆਂ। ਇਹਦੇ ਵਿੱਚ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ, ਦੇਅਰ ਇਜ਼ lot of difference in business environment of India and China। ਕਹਿੰਦੇ ਬਿਜ਼ਨਸ ਇਨਵਾਇਰਮੈਂਟ ਇੰਡੀਆ ਐਂਡ ਚਾਈਨਾ ਦੇ ਵਿੱਚ ਬਹੁਤ ਹੀ ਡਿਫਰੈਂਸ ਆ। ਲਾਈਕ ਦੇਅਰ ਇਜ਼ ਅ lot of differentiate in pre-1991 and post-1991 ਇਕਨੋਮਿਕ ਇਨਵਾਇਰਮੈਂਟ ਆਫ ਇੰਡੀਆ। ਆਪਾਂ ਜੇ ਦੇਖੀਏ ਤਾਂ ਪਹਿਲਾਂ 1991 ਤੋਂ ਅਤੇ 1991 ਤੋਂ ਬਾਅਦ ਦੇ ਵਿੱਚ ਕਾਫੀ ਚੇਂਜਿਸ ਆਈਆਂ। 8th one ਆ ਚੈਲੰਜਿਸ ਐਜ਼ ਵੈਲ ਐਜ਼ ਓਪਰਚੁਨਿਟੀਜ਼। ਕਹਿੰਦੇ ਜਿਹੜੇ ਚੈਲੰਜ ਹੁੰਦੇ ਆ ਉਹ ਕੀ ਆਪਣੇ ਲਈ ਇੱਦਾਂ ਮੌਕਾ ਵੀ ਬਣ ਸਕਦੇ ਆ। ਅਨਦਰ ਫੀਚਰ ਆਫ ਬਿਜ਼ਨਸ ਇਨਵਾਇਰਮੈਂਟ ਇਜ਼ ਦੈਟ ਇਟ ਪੋਜ਼ਿਸ ਚੈਲੰਜ ਐਜ਼ ਵੈਲ ਐਜ਼ ਇਟ ਕ੍ਰੀਏਟ ਓਪਰਚੁਨਿਟੀਜ਼ ਫॉर ਬਿਜ਼ਨਸ ਐਂਟਰਪ੍ਰਾਈਜ਼। ਅਨਦਰ ਫੀਚਰ ਕਹਿੰਦੇ ਬਿਜ਼ਨਸ ਇਨਵਾਇਰਮੈਂਟ ਦਾ ਕੀ ਆ, ਪਹਿਲਾਂ ਆਪਣੇ ਲਈ ਇੱਕ ਚੈਲੰਜ ਹੋ ਜਾਂਦਾ ਹੈ, ਇਨ ਫਿਊਚਰ ਆਪਣੇ ਲਈ ਕੀ ਬਣ ਸਕਦੇ ਆ, ਓਪਰਚੁਨਿਟੀ ਬਣ ਸਕਦੀ ਹੈ ਬਿਜ਼ਨਸ ਐਂਟਰਪ੍ਰਾਈਜ਼ ਲਈ। those business enterprise which face these challenges with wisdom and exploit the opportunities generated become successful। ਕਹਿੰਦੇ ਜਦੋਂ ਆਪਾਂ ਆਪਣੇ ਚੈਲੰਜ ਨੂੰ ਐਕਸੈਪਟ ਕਰ ਲੈਂਦੇ ਹਾਂ, ਉਹਨੂੰ ਆਪਾਂ ਪਾ ਲੈਂਦੇ ਹਾਂ, ਤਾਂ ਆਪਣੇ ਲਈ ਕੀ ਬਣ ਜਾਂਦੀ ਆ, ਓਪਰਚੁਨਿਟੀ ਜਨਰੇਟ ਹੋ ਜਾਂਦੀ ਆ, ਜਿਹਦੇ ਨਾਲ ਆਪਾਂ ਕੀ ਕਰ ਦਿੰਦੇ ਹਾਂ, ਆਪਾਂ ਸਕਸੈਸਫੁਲ ਹੋ ਜਾਂਦੇ ਹਾਂ। ਬਟ ਦੋਜ਼ ਐਂਟਰਪ੍ਰਾਈਜ਼ ਵਿਚ ਫੇਲ ਇਜ਼ ਡੂਇੰਗ ਸੋ ਫੇਸ ਆ ਲੋਟ ਆਫ ਪ੍ਰੋਬਲਮਸ। ਜੇ ਉਹ ਆਪਣੇ ਚੈਲੰਜ ਨੂੰ ਨਹੀਂ ਫੇਸ ਕਰ ਪਾਉਂਦੇ ਤਾਂ ਉਹਨੂੰ ਕਈ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਏਗਾ। ਲਾਸਟ ਵਨ ਹੈ ਕਨਕਲੂਜਨ। ਡਜ਼ ਇਟ ਬਿਕਮ ਕਲੀਅਰ ਦੈਟ ਦੇਅਰ ਆਰ ਮੈਨੀ ਡਿਸਟਿੰਕਟ ਫੀਚਰਸ ਇਨ ਦੀ ਬਿਜ਼ਨਸ ਇਨਵਾਇਰਮੈਂਟ। ਕਹਿੰਦੇ ਤੁਸੀਂ ਦੇਖਿਆ ਇਹਦੇ ਵਿੱਚ ਕਈ ਇੱਦਾਂ ਦੇ ਫੀਚਰਸ ਆ ਜਿਹੜੇ ਕਿ ਬਿਜ਼ਨਸ ਇਨਵਾਇਰਮੈਂਟ ਦੇ ਵਿੱਚ ਅਲੱਗ-ਅਲੱਗ ਫੀਚਰਸ ਆਉਂਦੇ। ਬੇਸਿਕਲੀ ਬਿਜ਼ਨਸ ਇਨਵਾਇਰਮੈਂਟ ਇਜ਼ ਕੰਪਲੀਕੇਟਡ, ਡਾਇਨਾਮਿਕ, ਅਨਸਰਟਨ, ਰਿਲੇਟਿਵ। ਇਟ ਪੋਜ਼ਿਸ ਸੈਵਰਲ ਚੇਂਜਸ ਟੂ ਦਾ ਬਿਜ਼ਨਸ ਐਂਟਰਪ੍ਰਾਈਜ਼ਸ। ਇਹਦੇ ਵਿੱਚ ਆਪਾਂ ਕਿਹੜੇ ਆਪਾਂ ਫੀਚਰਸ ਦੇਖੇ ਆ, ਇਹ ਕੰਪਲੀਕੇਟਡ ਆ, ਡਾਇਨਾਮਿਕ ਆ, ਇਹਦੇ ਵਿੱਚ ਰੈਗੂਲਰ ਚੇਂਜਿਸ ਆਉਂਦੀਆਂ ਰਹਿੰਦੀਆਂ ਆ, ਅਨਸਰਟੇਨਿਟੀ ਅਨਿਸ਼ਚਿਤਤਾ ਆ, ਇਹਦੇ ਵਿੱਚ ਅਸਥਿਰਤਾ ਆ, ਰਿਲੇਟਿਵ ਆ, ਇੱਕ ਦੂਜੇ ਨੂੰ ਰਿਲੇਟ ਕਰਦੇ ਆ, ਐਂਡ ਇਹਦੇ ਵਿੱਚ ਜਿਹੜੇ ਚੈਲੰਜ ਆ ਉਹ ਆਪਣੇ ਲਈ ਕੀ ਬਣ ਜਾਂਦੀਆਂ, ਓਪਰਚੁਨਿਟੀਜ਼ ਬਣ ਜਾਂਦੀਆਂ ਹੈ। ਦੈਟਸ ਇਟ। ਨੈਕਸਟ ਕੱਲ ਕਰਾਂਗੇ ਇੰਪੋਰਟੈਂਸ ਆਫ ਬਿਜ਼ਨਸ ਇਨਵਾਇਰਮੈਂਟ। ਥੈਂਕਸ ਟੂ ਆਲ।